ਸਤਿ ਸ਼੍ਰੀ ਅਕਾਲ ਜੀ। ਦੇਸ਼ ਵਿਦੇਸ਼ ਪੰਜਾਬੀ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕਿਸਾਨੀ ਦੇ ਮੁੱਦੇ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਅਕਾਲੀ ਦਲ ਵੱਲੋਂ ਐਨਡੀਏ ਦਾ ਜਿਹੜਾ ਸਾਥ ਹੈ ਉਹ ਛੱਡ ਕੇ ਕਿਸਾਨਾਂ ਦੀ ਗੱਲ ਕਰਨ ਦੀ ਗੱਲ ਕੀਤੀ ਗਈ ਹੈ। ਅਕਾਲੀ ਦਲ ਦਾ ਕਹਿਣਾ ਕਿ ਕਿਸਾਨ ਜਿਹੜੇ ਹੈ ਉਹਨਾਂ ਲਈ ਸਭ ਤੋਂ ਪਹਿਲੇ ਹੈ, ਕਿਸਾਨੀ ਸਭ ਤੋਂ ਜਿਹੜੀ ਉਹ ਪਹਿਲੇ ਹੈ। ਅਕਾਲੀ ਦਲ ਤਾਂ ਅਲੱਗ ਹੋਇਆ ਹੀ ਹੋਇਆ ਹੈ, ਨਾਲ ਦੀ ਨਾਲ ਹੁਣ ਬੀਜੇਪੀ ਦੇ ਆਪਣੇ ਵੀ ਕਿਸਾਨੀ ਦੇ ਮੁੱਦੇ ਨੂੰ ਲੈ ਕੇ ਬੀਜੇਪੀ ਨੂੰ ਅੱਖਾਂ ਦਿਖਾ ਰਹੇ ਨੇ ਅਤੇ ਬੀਜੇਪੀ ਤੋਂ ਕਿਨਾਰਾ ਕਰ ਰਹੇ ਨੇ। ਅੱਜ ਸਾਡੇ ਨਾਲ ਬੀਜੇਪੀ ਵਿੱਚ ਕਿਸਾਨ ਮੋਰਚਿਆਂ ਦੇ ਅਲੱਗ-ਅਲੱਗ ਅਹੁਦਿਆਂ 'ਤੇ ਰਹੇ ਮਨਰਾਜ ਸਿੰਘ ਬੋਪਰ ਆਏ ਨੇ, ਜਿਨ੍ਹਾਂ ਨੇ ਬੀਜੇਪੀ ਨੂੰ ਅਲਵਿਦਾ ਕਹਿ ਦਿੱਤਾ ਹੈ। ਉਹਨਾਂ ਨਾਲ ਗੱਲ ਕਰਦੇ ਹਾਂ ਇਸ ਮੁੱਦੇ ਬਾਰੇ। ਸਵਾਗਤ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਬੋਪਰ ਰਾਏ ਸਾਹਿਬ, ਕੀ ਕਾਰਨ ਹੈ ਬੀਜੇਪੀ ਨਾਲ ਤੁਹਾਡੀ ਨਾਰਾਜ਼ਗੀ ਕਿਉਂ ਚੱਲ ਰਹੀ? ਪਹਿਲੀ ਨਾਰਾਜ਼ਗੀ ਤੇ ਸਰ ਮੇਰੀ ਬੀਜੇਪੀ ਨੇ ਇਹੋ ਹੀ ਹੈ ਕਿ ਜਿਹੜੇ 3 ਬਿੱਲ ਜਿਹੜੇ ਬੀਜੇਪੀ ਨੇ ਜਲਦਬਾਜ਼ੀ 'ਚ ਇਹਨੂੰ ਕਿਸਾਨਾਂ 'ਤੇ ਥੋਪਿਆ, ਇਹ ਕਿਸਾਨ ਵਿਰੋਧੀ ਸਰਾਸਰ ਕਿਸਾਨ ਵਿਰੋਧੀ ਬਿੱਲ ਨੇ। ਇਹਦੇ 'ਚ ਕਿਸੇ ਯੂਨੀਅਨ ਦੀ, ਕਿਸੇ ਕਿਸਾਨ ਯੂਨੀਅਨ ਦੀ, ਕਿਸੇ ਇਹਨਾਂ ਨੇ ਆਪਣੀ ਸਹਿਯੋਗੀ ਪਾਰਟੀ ਦੀ, ਕਿਸੇ ਕਿਸਾਨ ਦੀ ਜਿਹੜੀ ਆ ਉਹ ਇਹਨਾਂ ਨੇ ਰਾਏ ਨਹੀਂ ਲਈ। ਇਸ ਬਿੱਲ ਨੂੰ ਲਿਆਉਣ ਲੱਗੇ ਇਹਨਾਂ ਨੇ ਜਲਦਬਾਜ਼ੀ ਦੇ ਵਿੱਚ ਇਹ ਜਿਹੜੇ ਆ ਮਤਲਬ ਜਿਹੜੇ ਬਿੱਲ ਆ ਇਹ ਕਿਸਾਨੀ 'ਤੇ ਥੋਪ ਦਿੱਤੇ ਹੈ। ਪਰ ਸਰਕਾਰ ਤਾਂ ਇਹ ਦਾਅਵਾ ਕਰ ਰਹੀ ਹੈ ਕਿ ਉਹਨਾਂ ਨੇ ਕਿਸਾਨਾਂ ਨੂੰ ਮਾਲੋ ਮਾਲ ਕਰ ਦੇਣਾ, ਬੜਾ ਵਧੀਆ ਬਿੱਲ ਹੈ, ਲੰਮੇ ਸਮੇਂ ਦੇ ਵਿੱਚ ਜਿਹੜਾ ਹੈ ਉਹ ਕਿਸਾਨਾਂ ਨੂੰ ਇਹ ਬਹੁਤ ਫਾਇਦਾ ਹੋਣ ਵਾਲਾ ਹੈ। ਕੰਟਰੈਕਟ ਫਾਰਮਿੰਗ ਆ ਗਈ ਹੈ, ਵੱਡੀਆਂ ਵੱਡੀਆਂ ਫਰਮਾਂ ਜਿਹੜੀਆਂ ਉਹ ਕੰਟਰੈਕਟ ਕਰਨਗੀਆਂ। ਤੁਸੀਂ ਕਿਉਂ ਨਾਰਾਜ਼ ਹੋ? ਵੇਖੋ ਜੀ, ਇਹਦਾ ਫਰਕ ਜਿਹੜਾ ਪਤਾ ਉਹ ਲੰਬੇ ਸਮੇਂ 'ਚ ਹੀ ਜਾ ਕੇ ਲੱਗਣਾ। ਇਹਨਾਂ ਨੇ ਜਿਹੜੇ ਕਾਰਪੋਰੇਟਾਂ ਦੇ ਹੱਥ 'ਚ ਕਿਸਾਨੀ ਦੇ ਦੇਣੀ ਆ, ਉਹਨਾਂ ਨੇ ਆਪਣੀ ਮਰਜ਼ੀ ਨਾਲ ਆਪਣੀਆਂ ਇੱਥੇ ਜੋ ਫਸਲਾਂ ਬਜਾਉਣਗੇ ਆਪਣੀ ਮਰਜ਼ੀ ਨਾਲ ਬਜਾਉਣਗੇ। ਸਭ ਤੋਂ ਵੱਡਾ ਪਹਿਲਾ ਕਲੌਜ਼ ਆ ਜਿਹੜਾ ਇਹਨਾਂ ਨੇ ਕੋਰਟ ਜਾਣ ਦਾ ਹੱਕ ਹੀ ਜ਼ਿਮੀਂਦਾਰ ਤੋਂ ਖਤਮ ਕਰਤਾ। ਐਸਡੀਐਮ ਤੱਕ ਤੇ ਡੀਸੀ ਤੱਕ ਸੀਮਿਤ ਕਰਤਾ। ਐਸਡੀਐਮ ਤੇ ਡੀਸੀ ਜਿਹੜੇ ਆ ਉਹ ਤੇ ਜਿਹੜੇ ਸਰਕਾਰ ਦੇ ਜਾਂ ਕਾਰਪੋਰੇਟਸ ਦੇ ਕਿਤੇ ਵੀ ਪ੍ਰੈਸ਼ਰ ਥੱਲੇ ਆ ਸਕਦੇ, ਕੋਈ ਵੱਡੀ ਗੱਲ ਨਹੀਂ ਹੈਗੀ। ਅਤੇ ਜਦੋਂ ਕਾਰਪੋਰੇਟ ਜਿਹੜੇ ਆ ਜਿਹੜਾ ਕਲੌਜ਼ ਇਹਨਾਂ ਵਿੱਚ ਦੇ ਦਿੱਤਾ ਵਾ ਕਿ ਕੰਟਰੈਕਟ ਫਾਰਮਿੰਗ ਦੇ ਵਿੱਚ ਅਗਲਾ ਬੰਦਾ ਕਿਸਾਨ ਦੀ ਜ਼ਮੀਨ 'ਤੇ ਲੋਨ ਲੈ ਸਕਦਾ ਵਾ, ਜੇ ਉਹ ਲੋਨ ਲੈ ਕੇ ਨਿਕਲ ਜਾਂਦਾ ਤਾਂ ਕਿਸਾਨ ਉਹ ਲੋਨ ਕਿੱਦਾਂ ਚੁਕਾਏਗਾ? ਉਹਦੀ ਸਰਕਾਰ ਨੇ ਕੀ ਗਰੰਟੀ ਵਿੱਚ ਦਿੱਤੀ ਹੈ? ਇਹ ਐਮਐਸਪੀ ਦਾ ਰੌਲਾ ਪਾਈ ਜਾਂਦੇ ਆ। ਇਹ 2 ਲਾਈਨਾਂ ਵਿੱਚ ਐਮਐਸਪੀ ਦੀਆਂ ਕਲੀਅਰ ਲਿਖ ਦੇਣ ਕਿ ਜੇ ਇਸ ਤੋਂ ਥੱਲੇ ਕੋਈ ਵੀ ਫਸਲ ਖਰੀਦੂਗਾ ਤਾਂ ਉਹਦੇ 'ਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਪਹਿਲੀ ਗੱਲ, ਜੇ ਕਿਸਾਨ ਨੂੰ ਕਿਤੇ ਬਾਹਰ ਮੰਨ ਲਓ ਕੋਈ ਰੇਟ ਵੱਧ ਮਿਲਦਾ ਉਹ ਵੇਚ ਦੇ, ਜੇ ਕਿਤੇ ਉਹਨੂੰ ਰੇਟ ਨਹੀਂ ਮਿਲ ਰਿਹਾ ਤਾਂ ਸਰਕਾਰ ਇਸ ਗੱਲ ਦੀ ਪਾਬੰਦ ਹੋਵੇ ਕਿ ਕਿਸਾਨ ਫਸਲ ਆਪਣੀ ਮੰਡੀ 'ਚ ਲੈ ਕੇ ਆਏ ਅਤੇ ਸਰਕਾਰ ਉਹਨੂੰ ਖਰੀਦੇ ਅਤੇ ਸਰਕਾਰ ਉਹਦੀ ਪੇਮੈਂਟ ਕਰੇ। ਤਾਂ ਕੁੱਲ ਮਿਲਾ ਕੇ ਤੁਸੀਂ ਇਹ ਕਹਿ ਰਹੇ ਹੋ ਕਿ ਇਹ ਜਿਹੜਾ ਬਿੱਲ ਹੈ ਬਿਲਕੁਲ ਕਿਸਾਨਾਂ ਲਈ ਖਤਰਨਾਕ ਹੈ। ਉੱਧਰ ਮੋਦੀ ਸਾਹਿਬ ਕਹਿ ਰਹੇ ਆ ਕਿ ਇਹ ਬਿੱਲ ਵਧੀਆ। ਉਹਨਾਂ ਨੇ ਆਪਣੀ ਸਾਰੀ ਟੀਮ ਨੂੰ ਜਿਹੜਾ ਉਹ ਕਹਿ ਦਿੱਤਾ ਵੀ ਲੋਕਾਂ ਨੂੰ ਅਤੇ ਕਿਸਾਨਾਂ ਨੂੰ ਸਮਝਾਊਗਾ ਜਾ ਕੇ, ਇਹਦੇ ਫਾਇਦੇ ਦੱਸੋ। ਕਿਸਾਨਾਂ ਨੂੰ ਸ਼ੰਕੇ ਬਹੁਤ ਹੈ, ਜਿਹੜੀ ਸਰਕਾਰ ਆ ਉਹ ਕਲੀਅਰ ਕਰਨ ਨੂੰ ਤਿਆਰ ਨਹੀਂ ਆ। ਹੁਣ ਤੁਹਾਡੀ ਬੀਜੇਪੀ ਨਾਲ ਨਾਰਾਜ਼ਗੀ ਚੱਲ ਰਹੀ ਹੈ? ਨਹੀਂ ਜੀ, ਨਾਰਾਜ਼ਗੀ ਨਹੀਂ। ਮੈਂ ਇੱਕ ਕਿਸਾਨ ਹਾਂ। ਬਹੁਤ ਲੰਬੇ ਸਮੇਂ ਤੋਂ ਮੈਂ ਬੀਜੇਪੀ 'ਚ ਕੰਮ ਕੀਤਾ, ਵੱਖ-ਵੱਖ ਅਹੁਦਿਆਂ 'ਤੇ, ਬੂਥ ਪ੍ਰਧਾਨ ਤੋਂ ਲੈ ਕੇ ਵਾਰਡ ਪ੍ਰਧਾਨ ਤੋਂ ਕਿਸਾਨ ਮੋਰਚਾ ਜ਼ਿਲ੍ਹਾ ਤੋਂ ਲੈ ਕੇ ਪੰਜਾਬ ਕਿਸਾਨ ਮੋਰਚੇ 'ਚ ਵੀ ਕੰਮ ਕੀਤਾ ਬੀਜੇਪੀ ਦਾ। ਪਰ ਜੇ ਸਾਡੇ ਕਿੱਤੇ 'ਤੇ, ਸਾਡੇ ਢਿੱਡ 'ਤੇ ਹੀ ਲੱਤ ਸਾਡੀ ਆਪਣੀ ਚੁਣੀ ਸਰਕਾਰ ਮਾਰ ਦੂਗੀ ਤਾਂ ਅਸੀਂ ਉਸ ਸਰਕਾਰ 'ਚ ਰਹਿ ਕੇ ਕਰਨਾ ਕੀ ਹੈ? ਮੈਂ ਪਹਿਲਾਂ ਕਿਸਾਨਾਂ ਨਾਲ ਖੜ੍ਹਾ ਅਤੇ ਕਿਸਾਨਾਂ ਦੇ ਮੁੱਦਿਆਂ ਦੇ ਨਾਲ ਹੀ ਜੁੜਿਆ। ਮੇਰਾ ਬੀਜੇਪੀ ਨਾਲ ਕੋਈ ਵਾਸਤਾ ਨਹੀਂ ਅੱਜ ਤੋਂ ਬਾਅਦ, ਜਿੰਨਾ ਚਿਰ ਇਹ ਜਿਹੜਾ ਬਿੱਲ ਇਹ ਵਾਪਸ ਨਹੀਂ ਹੁੰਦਾ ਅਤੇ ਜਾਂ ਇਹਦੇ 'ਚ ਕਿਸਾਨਾਂ ਨੂੰ ਪੂਰਾ ਕੌਨਫੀਡੈਂਸ 'ਚ ਨਹੀਂ ਲਿਆ ਜਾਂਦਾ। ਕਿਸਾਨਾਂ ਦੇ ਨਾਲ ਹੋਰ ਇਸ ਬਿੱਲ ਦਾ ਕੀ ਨੁਕਸਾਨ ਹੈ ਅਤੇ ਕਿਹਨੂੰ ਨੁਕਸਾਨ ਹੋਣ ਵਾਲਾ? ਸਰ ਵੇਖੋ, ਜੇ ਕਿਸਾਨੀ ਡੁੱਬਦੀ ਆ ਤਾਂ ਇਹਦੇ ਨਾਲ ਬਹੁਤ ਜਾਣੇ ਡੁੱਬਣੇ ਆ। ਇਹਦੇ ਨਾਲ ਦਿਹਾੜੀਦਾਰ ਡੁੱਬਣੇ ਆ, ਖੇਤਾਂ 'ਚ ਕੰਮ ਕਰਨ ਵਾਲੇ ਡੁੱਬਣੇ ਆ, ਇਹਦੇ ਨਾਲ ਆੜ੍ਹਤੀਏ ਡੁੱਬਣੇ ਆ, ਇਹਦੇ ਨਾਲ ਹਰ ਛੋਟੇ ਤੋਂ ਵੱਡਾ ਵਰਕਰ ਡੁੱਬਣਾ, ਵਪਾਰ ਡੁੱਬਣਾ ਵਾ। ਜਿਹੜੀਆਂ ਦੁਕਾਨਾਂ 'ਤੇ ਜੇ ਜੱਟ ਫਸਲ ਵੇਚਦਾ ਅਤੇ ਕਦੀ ਵੀ ਤੁਸੀਂ ਦੁਕਾਨਦਾਰਾਂ ਤੋਂ ਜਾ ਕੇ ਪੁੱਛੋ ਵੀ ਜਦੋਂ ਫਸਲ ਆਉਂਦੀ ਆ ਹਾੜੀ ਸਾਉਣੀ ਦੀ, ਉਦੋਂ ਕਿਉਂ ਇੱਕਦਮ ਮਾਰਕੀਟਾਂ ਦੇ ਵਿੱਚ ਚਹਿਲ ਪਹਿਲ ਹੋ ਜਾਂਦੀ ਹੈ?
ਸਭ ਤੋਂ ਵੱਧ ਜਿਹੜਾ ਵਾ ਉਹਨਾਂ ਦਿਨਾਂ 'ਚ ਹੀ ਮਾਰਕੀਟ 'ਚ ਚਹਿਲ ਪਹਿਲ ਆਉਂਦੀ ਹੈ ਜਦੋਂ ਇਹ ਫਸਲਾਂ ਆਉਂਦੀਆਂ ਨੇ ਜਾਂ ਜਦੋਂ ਵਿਕਦੀਆਂ ਨੇ। ਜਦੋਂ ਜੱਟ ਮੰਡੀ 'ਚ ਲੈ ਕੇ ਜਾਂਦਾ ਵਾ ਕਿਸਾਨ, ਉਦੋਂ ਹੀ ਉਹ ਆਪਣੇ ਸਾਰੇ ਖਰਚੇ 6 ਮਹੀਨੇ ਦੇ ਜਾਂ 4 ਮਹੀਨੇ ਰੁਕੇ ਖਰਚੇ, ਵਿਆਹ ਦਿੱਤਾ ਹੁੰਦਾ, ਕੋਈ ਸ਼ਾਪਿੰਗ ਕਰਨੀ ਹੁੰਦੀ, ਕੋਈ ਕਈ ਤਰ੍ਹਾਂ ਦੀਆਂ ਚੀਜ਼ਾਂ। ਇਹਦੇ ਨਾਲ ਇਕੱਲਾ ਕਿਸਾਨ ਨਹੀਂ ਡੁੱਬਣਾ ਜੀ, ਇਹਦੇ ਨਾਲ ਤਕਰੀਬਨ ਹਰ ਚੀਜ਼ ਡੁੱਬਣੀ ਹੈ। ਬਿਲਕੁਲ ਬਿਲਕੁਲ। ਜੇ ਸਰਕਾਰ ਨੇ ਕਣਕ ਖਰੀਦਣੀ ਬੰਦ ਕਰਤੀ ਤੇ 2 ਰੁਪਏ ਵਾਲੀ ਕਣਕ ਸਰਕਾਰ ਕਿੱਥੋਂ ਦਊਗੀ ਜੀ? ਫਿਰ ਗਰੀਬ ਵੀ ਮਰੂਗਾ ਇਹਦੇ ਨਾਲ। ਸੋ ਹੁਣ ਤੁਸੀਂ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਰੂਪਰੇਖਾ ਜਿਹੜੀ ਤੁਹਾਡੇ ਸੰਘਰਸ਼ ਦੀ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਕਿਸਾਨਾਂ ਨੂੰ ਸਿਰਫ ਇੱਕੋ ਹੀ ਅਪੀਲ ਕਰਨਾ ਚਾਹੁੰਦਾ ਵੀ ਕਿਸੇ ਪਾਰਟੀ, ਕਿਸੇ ਏਜੰਡੇ ਤੇ ਚੱਲਣ ਦੀ, ਕਿਸੇ ਦੇ ਮਗਰ ਲੱਗਣ ਦੀ ਲੋੜ ਨਹੀਂ। ਕਿਸਾਨ ਹੋ, ਇਹ ਸਾਬਤ ਕਰੋ ਵੀ ਅਸੀਂ ਕਿਸਾਨ ਆ ਤੇ ਕਿਸਾਨਾਂ ਦੇ ਨਾਲ ਹੀ ਖੜਨਾ ਵਾ। ਇਸ ਵਕਤ ਸਾਡੀ ਪਾਰਟੀ ਕਿਸਾਨੀ ਆ, ਸਾਡਾ ਕਿੱਤਾ ਕਿਸਾਨੀ ਆ। ਜੇ ਸਾਡੀ ਕਿਸਾਨੀ ਬਚੂਗੀ ਤੇ ਅਸੀਂ ਪਾਰਟੀਆਂ ਬਚਾ ਸਕਦੇ ਆ, ਕਿਸੇ ਪਾਰਟੀ ਨਾਲ ਵੀ ਜਾ ਸਕਦੇ ਆ। ਪਰ ਇਸ ਵਕਤ ਜਿਹੜੀ ਸਭ ਤੋਂ ਮੁੱਢਲੀ ਲੋੜ ਆ, ਹਰ ਕਿਸਾਨ ਨੂੰ ਹਰ ਪਾਰਟੀ ਪੱਧਰ ਤੋਂ ਉੱਚਾ ਉੱਠ ਕੇ ਉਹਨੂੰ ਇੱਕ ਲੈਵਲ ਤੇ ਇੱਕ ਫਰੰਟ ਤੇ ਆਉਣ ਦੀ ਲੋੜ ਆ ਇਹ ਲੜਾਈ ਜਿੱਤਣ ਲਈ। ਤੇ ਜੇ ਅਸੀਂ ਪਾਟੇ ਰਹੇ ਸਾਰੇ ਕਿਸਾਨ ਤੇ ਇਹਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਣਾ। ਅਕਾਲੀ ਦਲ ਨੇ ਐਨਡੀਏ ਨਾਲੋਂ ਨਾਤਾ ਤੋੜ ਲਿਆ, ਕੀ ਕਹਿਣਾ ਚਾਹੋਗੇ? ਇਹ ਡਿਸੀਜਨ ਜੀ ਇਹਨਾਂ ਦਾ, ਜਿਸ ਦਿਨ ਇਹਨਾਂ ਨੇ ਇਹ ਆਰਡੀਨੈਂਸ 'ਚ ਬਿੱਲ ਲਿਆਉਣ ਦੀ ਤਿਆਰੀਆਂ ਕਰਨ ਡਏ ਸੀ ਨਾ, ਇਹ ਅਕਾਲੀ ਦਲ ਨੂੰ ਉਸ ਦਿਨ ਹੀ, ਪਹਿਲੇ ਦਿਨ ਮੰਤਰੀਸ਼ਿਪ ਛੱਡਣੀ ਚਾਹੀਦੀ ਸੀ ਤੇ ਅਗਲੇ ਦਿਨ ਇਹਨਾਂ ਨੂੰ ਸਮਝੌਤਾ ਤੋੜਨਾ ਚਾਹੀਦਾ ਸੀ। ਦੇਰ ਫੈਸਲਾ ਕੀਤਾ ਪਰ ਬਹੁਤ ਵਧੀਆ ਫੈਸਲਾ ਕੀਤਾ ਵਾ, ਜਿਹੜਾ ਕਿਸੇ ਨੇ, ਚਲੋ ਮੈਂ ਨਹੀਂ ਕਹਿੰਦਾ, ਮੈਂ ਅਕਾਲੀ ਦਲ ਦੇ ਹੱਕ 'ਚ ਨਹੀਂ ਬੋਲਦਾ, ਮੈਂ ਕਿਸੇ ਪਾਰਟੀ ਦੇ ਹੱਕ 'ਚ ਨਹੀਂ ਬੋਲਦਾ, ਪਰ ਜੇ ਉਹਨਾਂ ਨੇ ਕੁਝ ਕੀਤਾ ਤੇ ਉਹਦਾ ਥੋੜ੍ਹਾ ਬਹੁਤ ਐਪਰੀਸ਼ੀਏਟ ਵੀ ਕਰ ਦਿਓ ਵੀ ਠੀਕ ਆ ਵੀ ਉਹ ਛੱਡ ਕੇ ਆਏ ਨੇ, ਵਧੀਆ ਕੀਤਾ। ਪਰ ਹੁਣ ਜੇ ਕੀਤਾ ਤੇ ਸੱਚੇ ਦਿਲੋਂ ਕਿਸਾਨਾਂ ਦੇ ਨਾਲ ਖੜਨ, ਇਹਦੇ 'ਚ ਕੋਈ ਸਿਆਸੀ ਲਾਹਾ ਨਾ ਲੱਭਣ। ਇਸ ਵਕਤ ਸਿਰਫ ਮੁੱਦਾ ਕਿਸਾਨੀ ਰੱਖਣ, ਵੋਟਾਂ ਨਾ ਰੱਖਣ, 2022 ਨਾ ਰੱਖਣ। ਸਿਰਫ ਕਿਸਾਨੀ ਬਚਾਉਣੀ ਹੈ ਤੇ ਪੰਜਾਬ ਬਚਾਉਣਾ ਹਰ ਪਾਰਟੀ ਦਾ ਮੁੱਦਾ ਇਹ ਬਣ ਜੇ ਤੇ ਇਹ ਲੜਾਈ ਜਿੱਤਣੀ ਬਹੁਤ ਹੀ ਆਸਾਨ ਹੋ ਜਾਏਗੀ। ਸੋ ਇਹ ਸਨ ਸਾਡੇ ਨਾਲ ਮਨਰਾਜ ਸਿੰਘ ਬੋਪਰ ਹੈ, ਜਿਹੜੇ ਬੀਜੇਪੀ ਕਿਸਾਨ ਮੋਰਚਾ ਦੇ ਅਲੱਗ-ਅਲੱਗ ਅਹੁਦਿਆਂ 'ਤੇ ਰਹਿ ਚੁੱਕੇ ਨੇ ਔਰ ਉਹਨਾਂ ਨੇ ਇਹ ਕਿਸਾਨ ਵਿਰੋਧੀ ਬਿੱਲ ਨੂੰ ਦੇ ਖਿਲਾਫ ਜਿਹੜਾ ਉਹ ਬੀਜੇਪੀ ਨੂੰ ਅਲਵਿਦਾ ਕਹਿ ਦਿੱਤਾ ਹੈ ਔਰ ਨਾਲ ਦੀ ਨਾਲ ਕਿਸਾਨਾਂ ਨੂੰ ਅਪੀਲ ਕੀਤੀ ਆ ਕਿ ਉਹ ਇਕਜੁੱਟ ਹੋ ਕੇ ਜਿਹੜਾ ਉਹ ਸੰਘਰਸ਼ ਦੀ ਰਾਹ 'ਤੇ ਚੱਲਣ ਤਾਂ ਜੋ ਇਹ ਬਿੱਲ ਨੂੰ ਵਾਪਸ ਕਰਾਇਆ ਜਾ ਸਕੇ। ਦੇਸ਼ ਵਿਦੇਸ਼ ਪੰਜਾਬੀ ਪੋਸਟ ਤੋਂ ਵਿਜੇ ਥਾਪਰ। ਜੇਕਰ ਸਾਡੀ ਇਹ ਵੀਡੀਓ, ਸਾਡੀ ਇਹ ਜਿਹੜੀ ਚਰਚਾ ਆ ਤੁਹਾਨੂੰ ਪਸੰਦ ਆਈ ਆ ਤਾਂ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰੋ, ਪੇਜ ਨੂੰ ਲਾਈਕ ਕਰੋ, ਫੋਲੋ ਕਰੋ, ਸ਼ੇਅਰ ਕਰੋ।